23 हाँ जी स्टेटमेंट है tan 48 tan 23 into tan 20 42 into tan tan 42 42 tan 67 tan 60 तो evaluate this value ना यदि value ਆਪਾਂ evaluate करनी है equal to 1 है sir अच्छा ओके proof prove that equal to 1 तो बेटा ਆਪਾਂ ਕੱਲ ਸਮਝੀ ਸੀ ਇਹ ਚੀਜ਼ ਕਿ ਆਪਾਂ ਕੰਪਲੀਮੈਂਟਰੀ ਐਂਗਲਸ ਦੇਖਣੇ ਤੇ ਕਿਹੜੇ ਕਿਹੜੇ ਆ ਤਾਂ ਕਿਹੜੇ ਦੋ ਐਂਗਲ ਕੰਪਲੀਮੈਂਟਰੀ ਚੈੱਕ ਕਰੋ ਦੇਖੋ ਕਿਹੜੇ ਦੋ ਐਂਗਲ ਆਪਣੇ ਕੋਲੇ ਕੰਪਲੀਮੈਂਟਰੀ ਆ sir tan and cot ਨਹੀਂ ਉਹ ਤਾਂ ਹੈਗੇ ਐਂਗਲਸ ਕਿੱਥੇ ਕੰਪਲੀਮੈਂਟਰੀ ਆਪਣੇ ਕੋਲੇ 48 ਐਂਡ 20 ਆੜੇ tan cot sir 40 and 42 48 and 42 ਬੇਟਾ 48 ਐਂਡ 42 ਕੰਪਲੀਮੈਂਟਰੀ ਐਂਗਲਸ ਆ ਤਾਂ ਇਹਨਾਂ ਦੋਨੋਂ ਐਂਗਲਸ ਵਿੱਚ ਆਪਾਂ ਵਨ ਐਂਗਲ ਚੇਂਜ ਕਰਨਾ ਜਿਵੇਂ ਆਪਾਂ ਕੱਲ ਵੀ ਸਮ ਕੀਤੇ ਸੀ ਇਹਨਾਂ 'ਚ ਸਿਰਫ ਇੱਕ ਐਂਗਲ ਨੂੰ ਆਪਾਂ ਚੇਂਜ ਕਰ ਲੈਣਾ ਆਪਾਂ tan ਨੂੰ ਲਿਖ ਸਕਦੇ ਆ cot ਤੇ ਐਂਗਲ ਨੂੰ 90 48 ਲਿਖ ਦੇਣਾ ਆਪਾਂ ਇਹਦਾ ਕੰਪਲੀਮੈਂਟ ਲਿਖ ਦੇਣਾ ਆਪਾਂ ਠੀਕ ਹੈ ਸੈਕੰਡ ਕੋ 23 ਐਂਡ 67 ਆ ਦੋ ਸਾਰਾ complementary angles so we convert tan into cot and angle is 90 minus theta angle ਨੂੰ ਆਪਾਂ 90 ਚੋਂ ਸਬਟ੍ਰੈਕਟ ਕਰ ਦੇਣਾ ਤਾਂ ਇੱਕ ਰੂਲ ਯਾਦ ਰੱਖਣਾ ਬੇਟਾ ਆਪਾਂ ਜਦੋਂ ਕੰਪਲੀਮੈਂਟਰੀ ਐਂਗਲ ਚੇਂਜ ਕਰਦੇ ਆ ਆਪਾਂ ਨੂੰ ਐਡਵਾਂਟੇਜ ਤਾਂ ਹੀ ਹੋਏਗਾ ਇਸ ਤਰ੍ਹਾਂ ਚੇਂਜ ਕਰਨ ਦਾ ਅਗਰ ਆਪਾਂ ਸਿਰਫ ਦੋ ਨੂੰ ਹੀ ਚੇਂਜ ਕਰ ਰਹੇ ਹਾਂ ਇੱਕ ਨੂੰ ਹੀ ਚੇਂਜ ਕਰ ਰਹੇ ਹਾਂ ਦੋ ਦੇ ਵਿੱਚੋਂ ਜਿਵੇਂ 48 ਤੇ 42 ਚੋਂ ਇੱਕ ਨੂੰ ਚੇਂਜ ਕਰ ਲਓ ਜਿਹਨੂੰ ਮਰਜ਼ੀ ਆਪਾਂ ਦੂਸਰੇ ਨੂੰ ਨਹੀਂ ਚੇਂਜ ਕਰਨਾਗਾ 42 ਨੂੰ ਵੀ ਰੱਖਣਾ ਆਪਾਂ ਨਹੀਂ ਆਪਣੀ ਕੈਲਕੂਲੇਸ਼ਨਸ ਅੱਗੇ ਫਰਦਰ ਨਹੀਂ ਚੱਲ ਪਾਉਣਗੀਆਂ ਸਿਰਫ ਦੋ ਨੂੰ ਆਪਾਂ ਚੇਂਜ ਕੀਤਾ ਇਹ ਆ ਗਿਆ cot 42 डिग्री ये हो गया cot 67 डिग्री into tan 42 डिग्री into tan 67 डिग्री क्लियर है बेटा इत्थे तक कि ਆਪਾਂ ਕੰਪਲੀਮੈਂਟਰੀ ਐਂਗਲਸ ਦੇ ਰੂਲ ਦੇ ਅਕੋਰਡਿੰਗ tan ਨੂੰ cot ਦੇ ਵਿੱਚ ਕਨਵਰਟ ਕਰ ਲਿਆ ਹੁਣ ਤੁਸੀਂ ਆਪਾਂ ਇਹ ਵੀ ਪੜਿਆ ਹੋਇਆ tan and cot are the reciprocal of each other ਕਿਉਂਕਿ ਆਪਾਂ ਪੜਿਆ ਸੀ ਜਿਹੜਾ tan is the ratio of perpendicular to base tan theta is the ratio of perpendicular to base but cot theta is the ratio of base to perpendicular where cot a ratio base to perpendicular it means they are reciprocal also reciprocal of each other complementary भी है एक दूसरे दे but reciprocals भी है एक दूसरे दे मतलब जिथे cot आ cot ਨੂੰ मैं की लिख सकता cot theta ਨੂੰ मैं 1/tan theta लिख सकता cot ਤੇ tan एक दूसरे reciprocals भी है जिस तरह sin ਤੇ cosecant reciprocals ਹੁੰਦੇ ਆ ਤੇ cos ਤੇ secant reciprocals ਹੁੰਦੇ ਆ ਉਸ ਤਰ੍ਹਾਂ cot ਤੇ tan ਵੀ reciprocals ਹੁੰਦੇ ਆ ਤੇ ਥੋੜਾ ਯਾਦ ਰੱਖਣ ਵਾਲੀ ਗੱਲ ਅੱਗੇ ਤੋਂ ਆ ਕਿ tan ਤੇ ਜਿਹੜੇ cot ਆ ਉਹ ਕੰਪਲੀਮੈਂਟਰੀ ਵੀ ਹੈਗੇ ਇੱਕ ਦੂਜੇ ਦੇ ਤੇ reciprocals ਵੀ ਹੈਗੇ ਆ ਠੀਕ ਹੈ ਪਰ sin ਤੇ ਜਿਵੇਂ ਆਪਾਂ cosecant ਪੜਿਆ ਸੀਗਾ sin ਤੇ cosecant ਸਿਰਫ reciprocals ਆ ਕੰਪਲੀਮੈਂਟਰੀ ਨਹੀਂ ਇੱਕ ਦੂਜੇ ਦੇ sin ਤੇ cosecant ਕੰਪਲੀਮੈਂਟਰੀ sin ਤੇ cos ਆ ਜੇ sin ਦਾ ਤੁਹਾਨੂੰ ਕੰਪਲੀਮੈਂਟਰੀ ਐਂਗਲ ਪੁੱਛਣਗੇ ਕਿਹੜਾ ਹੋਏਗਾ ਕੰਪਲੀਮੈਂਟਰੀ ਰੇਸ਼ੀਓ ਕਿਹੜੀ ਹੈ sin ਦੀ ਤਾਂ cos ਆ ਜੇ sin ਦਾ ਰੈਸੀਪ੍ਰੋਕਲ ਪੁੱਛਣਗੇ ਕਿਹੜਾ ਵਾ ਤਾਂ sin ਦਾ ਰੈਸੀਪ੍ਰੋਕਲ ਕੋਸੀਕੈਂਟ ਹੁੰਦਾ ਪਰ tan ਦਾ ਇੱਕ ਸਪੈਸ਼ਲ ਕੇਸ ਆ tan ਤੇ cot ਦਾ tan and cot are the complement of each other and also they are the reciprocal of each other ਤਾਂ ਆਪਾਂ cot ਨੂੰ 1/tan ਵੀ ਲਿਖ ਸਕਦੇ ਹਾਂ ਠੀਕ ਹੈ ਬੇਟਾ ਤਾਂ ਇੱਥੇ ਆਪਾਂ ਕੀ ਲਿਖ ਸਕਦੇ ਹਾਂ ਫਿਰ ਇਹ ਰੂਲ ਯਾਦ ਰੱਖਿਓਗੇ ਤਾਂ cot is also write as 1/tan theta theta is 42 degree and we also write cot 67 as 1/tan 67 into cot tan 42 into tan 67 तो ये रूल पता याद रखना चाहिए तो कि tan and cot are the reciprocals of each other so tan 42 cancel with the tan 42 divide multiply सीगे tan 67 cancel with the tan 67 तो multiply करके अपने को आ गया देखो सारे 1 1 हो गए तो 1 equal to 1 that is the proof ठीक है बेटा तो कुछ प्रॉब्लम लगी तो दोबारा पूछ लो ये क्लियर हो गया था ਇਹਦੇ ਨਾਲ ਦਾ ਸਮ ਤੁਸੀਂ ਆਪਣੇ ਟਰਾਈ ਕਰ ਲਿਓ ਠੀਕ ਹੈ ਹੋਰ ਇਸ ਤੋਂ ਇਲਾਵਾ ਬੇਟਾ ਦੱਸੋ ਹੋਰ ਕੀ ਸਮ ਨਹੀਂ ਹੋਇਆ ਐਕਸਰਸਾਈਜ਼ ਦਾ ਇਹਦਾ 6th and 7th sir 6th and 7th ਸਮ ਕਰਵਾ ਲੈਣਾ ਇੱਕ ਮੈਨੂੰ ਸੀਕੈਂਟ ਵਾਲਾ ਵੀ ਦੱਸ ਦਿਓ ਮੈਂ ਦੱਸ ਦਿੰਦਾ ਕਈ ਬੱਚਿਆਂ ਨੇ ਨਹੀਂ ਕੀਤਾ ਉਹ ਜਿਹੜਾ ਸੀਕੈਂਟ ਕੋ ਸੀਕੈਂਟ ਵਾਲਾ ਸਮ ਆ ਸ਼ਾਇਦ 4th ਜਾਂ 5th ਸਮ ਆ ਉਹਦੀ ਸਟੇਟਮੈਂਟ ਵੀ ਬੋਲ ਦਿਓ जी जब एंगल फाइंड करना ए एंगल फाइंड करना sir if secant 4a हाँ जी बेटा इफ secant 4a equals to cosecant a minus 20 degree find the value of
where 4A is an acute angle, find the value of A. हाँ जी बेटा 4A ਦੀ ਆਪਾਂ ਕੋਲ acute angle ਆ less than 90 ਹੈ ਤਾਂ ਆਪਾਂ ਕੁਝ A ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਤਾਂ ਆਪਾਂ ਕੱਲ ਕੀਤਾ ਹੀ ਸੀਗਾ ਹੁਣ ਇਕੁਅਲ ਟੂ ਆ ਆਪਾਂ ਨੂੰ ਇਕੁਅਲ ਟੂ ਵੇਲੇ ਆਪਣਾ ਕੀ ਐਡਵਾਂਟੇਜ ਹੋਏਗਾ ਦੇਖੋ secant is the reciprocal ਆਪਾਂ ਨੂੰ ਕੰਪਲੀਮੈਂਟਰੀ ਕੀ ਹੈ secant ਦਾ ਕੰਪਲੀਮੈਂਟਰੀ ਹੈ ਕੋਸੀਕੈਂਟ ਆਪਾਂ ਇਹਨੂੰ ਕੰਪਲੀਮੈਂਟਰੀ ਫਾਰਮ ਚ ਕਿਵੇਂ ਲਿਖ ਸਕਦੇ ਹਾਂ secant ਨੂੰ ਕੋਸੀਕੈਂਟ ਲਿਖ ਕੇ ਐਂਗਲ ਨੂੰ 90 ਚੋਂ ਮਾਈਨਸ ਕਰ ਸਕਦੇ ਆਪਾਂ ठीक है याद रखियो secant and cosecant are the complementary angles of each other complementary ratios है so we write secant 4a as cosecant 90 minus 4a ठीक है मतलब तो इस तरह लिखने का एडवांटेज अपन की होएगा देखो दोनों साइड cosecant आ तो by comparing we get 90 minus 4a equal to a minus 30 दोनों साइड cosecant कट नहीं करके दिखाना बस उसे लिख दियो by comparing जो आप दोनों साइड कंपेयर करेंगे तो आपको पता लग रहा कि 90 माइनस 4 है वो a माइनस 30 के इक्वल आ तो इतने आ जाएगा a 30 लैफ्ट साइड ले आओ प्लस हो गया 4a राइट साइड जाके प्लस हो गया तो 120 इक्वल टू 5a एंड 120 बाय 5 इक्वल टू a सो a की वैल्यू अपने को आ जाएगी देखो 24 डिग्री तो a एंगल अपन मिल गया 24 डिग्री ठीक है बता Okay, sir. ਤਾਂ ਇਹ ਮੈਥਡ ਸੀ ਆਪਣੇ ਕੋਲੇ a ਵਗੈਰਾ ਇਸ ਤਰ੍ਹਾਂ ਦੇ ਐਂਗਲ ਫਾਈਂਡ ਕਰਨਾ ਦਾ ਇੱਕ ਸ਼ਾਇਦ 6th ਸਮ ਕਾਫੀ ਬੱਚਿਆਂ ਦਾ ਨਹੀਂ ਹੋਇਆ ਉਹ ਕਰਵਾਉਣਾ ਮੈਂ ਹਾਂਜੀ ਸਰ ਤਾਂ ਉਹਦੇ ਚ ਆਪ ਨੂੰ ਉਹ ਐਂਗਲ ਵਾਲਾ ਨਾ ਟ੍ਰਾਇੰਗਲਸ ਵਾਲਾ ਨਾ ABCR ਦਾ ਐਂਗਲ ਆਫ ਟ੍ਰਾਇੰਗਲਸ ਯੈਸ ਸਰ ਹਾਂਜੀ ਬੇਟਾ ਤਾਂ 6th ਸਮ ਦੇਖ ਲਓ ਕਿਵੇਂ ਕਰਨਾ given that ABC are the three angles of a triangle एक triangle ਦੇ angles ਆ ABC are the three angles of a triangle ਇਹ ਨਹੀਂ ਆਪਾਂ ਨੂੰ ਕਿਹਾ ਰਾਈਟ ਐਂਗਲ ਹੈ ਇਸ ਕੋਈ ਇਹ ਕੁਛ ਨਹੀਂ ਕਿਹਾ ਬਸ ਇਹ ਤਾਂ ਕਿ ਇਹ ਤਿੰਨੋਂ ਐਂਗਲ ਸਾਰਾ ਇੱਕ ਟ੍ਰਾਇੰਗਲ ਦੇ ਠੀਕ ਹੈ ਤਾਂ ਆਪਾਂ ਪ੍ਰੂਵ ਕੀ ਕਰਨਾ ਵਾ ਜਾਂ ਆਪਾਂ ਨੂੰ ਗਿਵਨ ਕੀ ਹੈ ਦੇਖੋ ਇਹਨੂੰ ਇਨਡਾਇਰੈਕਟਲੀ ਆਪਾਂ ਸੋਚੀਏ ਤਾਂ ਆਪਾਂ ਨੂੰ ਕੀ ਗਿਵਨ ਆ ਕਿ ਗਿਵਨ ਦੈਟ ये तीनों एंगल का सम 180 आ जे आप सम स्टार्ट करने तो पहले एक चीज समझनी है तो अपन की पता लग रहा कि इफ ABC are the angles of a triangle then the sum of these three angles is always 180 degree triangle sum property ਦੇ ਅਕੋਰਡਿੰਗ अपन ਕੋਲੇ ਆਪਾਂ ਇਹਨਾਂ ਦਾ ਸਮ 180 ਲਿਖ ਸਕਦੇ ਆ ਹੁਣ ਬੇਟਾ ਪ੍ਰੂਫ ਦੱਸੋ ਕੀ ਕਰਨਾ ਵਾ ਸਟੇਟਮੈਂਟ ਲਿਖਾਇਓ ਸਰ sin b plus c equals to 2 sin b plus c equal to cos a equals a over 2 हाँ b plus c by 2 होएगा equal to cos a by 2 ये प्रूव करना पा है ना बता हाँ जी सर हाँ जी तो आप इस तरह किवें कर सकते देखो ये चीज नो तो वही जिहड़ा ਆਪਾਂ रूल सीखे सीगे वो रूल अप्लाई करते हैं ਆਪਾਂ कि a plus b plus c ਜਿਹੜੇ ਆਪਣੇ ਕੋਲੇ ਰਾਈਟ ਐਂਗਲ ਦੇ ਇੱਕ ਟ੍ਰਾਇੰਗਲ ਦੇ ਸਮ ਆ ਐਂਗਲਸ ਆ ਤਾਂ ਇਹਨਾਂ ਤਿੰਨਾਂ ਦਾ ਸਮ 180 ਹੋਏਗਾ ਤਾਂ ਆਪਾਂ ਉਹਦੇ ਅਕੋਰਡਿੰਗ ਕੀ ਲਿਖ ਸਕਦੇ ਹਾਂ ਦੇਖੋ ਮੈਂ cos ਵਾਲੀ ਸਾਈਡ ਨੂੰ ਸੋਲਵ ਕਰਨ ਲੱਗਾ cos ਵਾਲੀ ਸਾਈਡ ਨੂੰ ਮੈਂ ਕੀ ਲਿਖ ਸਕਦਾ sin ਨੂੰ cos ਦਾ ਕੰਪਲੀਮੈਂਟਰੀ ਐਂਗਲ ਕੀ ਆ sin ਸੋ ਵੀ ਰਾਈਟ ਇਟ ਐਜ਼ sin 90 ਮਾਈਨਸ ਐਂਗਲ ਇੱਥੇ ਕੀ ਆ ਦੇਖੋ ਐਂਗਲ ਕੀ ਹੈ ਇੱਥੇ a by 2 ਆ ਤਾਂ ਆਪਾਂ 90 minus a by 2 ਲਿਖਤਾ ਕੰਪਲੀਮੈਂਟਰੀ ਐਂਗਲ ਦਾ ਰੂਲ ਅਪਲਾਈ ਕਰਦਾ ਕਿ sin we write cos theta as sin 90 minus theta ਇਹੀ ਰੂਲ ਆ ਨਾ ਆਪਣੇ ਕੋਲੇ ਕਿ if cos and sin are complementary angles so we can convert cos into sin by writing its angle 90 minus theta ਤਾਂ ਉਹ ਰੂਲ ਆਪਾਂ ਪਹਿਲਾਂ ਸਮ ਦੇ ਉੱਪਰ ਅਪਲਾਈ ਕੀਤਾ ਸੀ ਉਹ ਇੱਥੇ ਮੈਂ ਅਪਲਾਈ ਕਰਤਾ ਕਿ cos ਨੂੰ ਵੀ ਲਿਖਤਾ sin 90 minus theta ਲਿਖਤਾ थोड़ा इनू सॉल्व करते हैं आप एलसीएम ले लो 90 ਦੇ ਓਵਰ 1 ਲਾ ਲਓ ਤਾਂ एलसीएम आ गया 2 2 into 90 ये आ गया 180 1 into a आ गया a ठीक है एलसीएम लेने तो बाद 180 minus a by 2 आ गया ਤਾਂ ਇੱਥੋਂ 1 ਨੰਬਰ ਇਕੁਏਸ਼ਨ ਤੋਂ ਇਹਨੂੰ ਇਕੁਏਸ਼ਨ ਨੰਬਰ 1 ਕਹਿ ਲਿਓ ਜੋ ਆਪਾਂ ਨੂੰ ਗਿਵਨ ਆ ਇਹ ਤੋਂ ਆਪਾਂ 80 minus a ਦੀ ਵੈਲਿਊ ਬਣਾ ਲੈਣੀ ਹੈ ਕੀ ਬਣਦੀ ਪਈ ਆ 80 minus a ਦੀ ਵੈਲਿਊ ਚੈੱਕ ਕਰੋ ਦੇਖੋ ਕੀ ਬਣ ਜਾਏਗੀ b plus c a ਨੂੰ ਆਪਾਂ ਰਾਈਟ ਸਾਈਡ ਲੈ ਜਾਾਂਗੇ तो 180 माइनस ए आ जाएगा तो इतने लिखियो फ्रॉम इक्वेशन नंबर 1
ਇੱਕ ਨੰਬਰ ਇਕੁਏਸ਼ਨ ਤੋਂ ਆਪਾਂ ਨੂੰ 180 ਮਾਈਨਸ a ਦੀ ਵੈਲਿਊ ਮਿਲ ਗਈ, ਕੀ ਮਿਲੀ ਆ 180 ਮਾਈਨਸ a ਦੀ ਹੈ, ਤੇ ਮੈਂ ਕੀ ਲਿਖ ਸਕਦਾ ਵਾਂ b plus c ਤੇ over 2। ਦੇਖੋ ਤਾਂ ਆਪਣੀ ਲੈਫਟ ਸਾਈਡ ਆਪਾਂ ਸੋਲਵ ਨਹੀਂ ਕੀਤੀ, ਰਾਈਟ ਸਾਈਡ ਸੋਲਵ ਕੀਤੀ ਆ, ਤਾਂ ਰਾਈਟ ਸਾਈਡ ਤੇ ਲੈਫਟ ਸਾਈਡ ਕੀ ਆ ਗਈਆਂ ਆਪਣੀਆਂ ਇਕੁਅਲ ਆ ਗਿਆ, ਰਾਈਟ ਹੈਂਡ ਸਾਈਡ ਐਂਡ ਲੈਫਟ ਹੈਂਡ ਸਾਈਡਸ ਆਰ ਇਕੁਅਲ। ਠੀਕ ਹੈ, ਧਿਆਨ ਨਾਲ ਇੱਕ ਵਾਰ ਦੁਬਾਰਾ ਸ਼ੁਰੂ ਤੋਂ ਦੇਖ ਲਓ ਸਮ ਕਿਵੇਂ ਕੀਤਾ ਮੈਂ। ਇੱਕ ਪ੍ਰੋਪਰਟੀ ਵਰਤੀ ਆਪਾਂ ਨੂੰ ਕਿਹਾ ਸੀ ਨਾ ABC ਆਰ ਦਾ ਐਂਗਲ ਆਫ ਏ ਟ੍ਰਾਇੰਗਲ, ਸੋ ਸਮ ਆਫ ਥੀਸ ਦੀ ਐਂਗਲ ਇਜ਼ 180। ਉਸ ਤੋਂ ਬਾਅਦ ਆਪਾਂ ਕੰਪਲੀਮੈਂਟਰੀ ਐਂਗਲਸ ਦੀ ਪ੍ਰੋਪਰਟੀਜ਼ ਯੂਜ਼ ਕਰ ਲਈਆਂ। ਠੀਕ ਹੈ, ਤਾਂ ਮੈਂ ਸਿਰਫ ਰਾਈਟ ਸਾਈਡ ਨੂੰ ਸੋਲਵ ਕੀਤਾ, ਲੈਫਟ ਸਾਈਡ ਨੂੰ ਮੈਂ ਸੋਲਵ ਨਹੀਂ ਕੀਤਾ, ਉਹ ਆਪਣੇ ਆਪ ਹੀ ਰਾਈਟ ਸਾਈਡ ਨੂੰ ਸੋਲਵ ਕਰਕੇ ਮੇਰੇ ਕੋਲ ਲੈਫਟ ਸਾਈਡ ਦੇ ਇਕੁਅਲ ਆ ਗਿਆ। ਠੀਕ ਹੈ ਬਤਾ, ਯੈਸ ਸਰ। ਹੋਰ ਬੇਟਾ ਦੱਸੋ ਕੋਈ ਐਕਸਰਸਾਈਜ਼ ਦੇ ਵਿੱਚ ਪ੍ਰੋਬਲਮ ਰਹਿ ਗਈ ਤਾਂ? ਬਾਕੀ ਤਾਂ ਸਰ ਕਲੀਅਰ ਹੈ ਸਾਰਾ। ਸਰ 7th ਸਮ, ਇੱਕ 7th ਸਮ ਹੀ ਸੀਗਾ ਥੋੜਾ, ਚਲੋ ਉਹਦੀ ਸਟੇਟਮੈਂਟ ਹੀ ਬੋਲ ਦਿਓ ਤੁਸੀਂ ਮੈਨੂੰ। expresses sin 67 degree ਹਾਂਜੀ sin 67 plus cos 75 degree ਹਾਂਜੀ ਬੇਟਾ in term of trigonometric ratio of angles between 0 degree and 45 degree। ਮਤਲਬ ਐਂਗਲਸ ਨੂੰ ਆਪਾਂ 45 ਤੋਂ ਛੋਟੀ ਫਾਰਮ ਚ ਲੈ ਕੇ ਆਉਣਾ, ਤਾਂ ਉਹੀ ਕੰਪਲੀਮੈਂਟਰੀ ਪ੍ਰੋਪਰਟੀ ਲੱਗ ਜਾਣੀ ਉੱਤੇ। ਤੇ ਵੀ ਦੇਖੋ ਕੀ ਲਿਖ ਸਕਦੇ ਆਪਾਂ ਇਹਦਾ, ਕਿਉਂਕਿ ਆਪਾਂ ਨੂੰ ਪਤਾ 67 ਦਾ ਜਿਹੜਾ ਕੰਪਲੀਮੈਂਟਰੀ ਐਂਗਲ ਹੋਏਗਾ ਉਹ ਲੈਸ ਦੈਨ 45 ਹੋਏਗਾ, ਹੈ ਨਾ। ਕੰਪਲੀਮੈਂਟਰੀ ਐਂਗਲ ਜਿਹੜਾ 67 ਦਾ ਹੋਏਗਾ ਉਹ 45 ਤੋਂ ਛੋਟਾ ਹੋਏਗਾ, ਤਾਂ ਉਹੀ ਆਪਾਂ ਨੂੰ ਪੁੱਛ ਰਹੇ ਹੋ ਕਿ ਐਕਸਪ੍ਰੈਸ ਇਟ ਇਨ ਦਾ ਫਾਰਮ ਆਫ ਐਂਗਲਸ 2000 ਲੈਸ ਦੈਨ 45 ਡਿਗਰੀ। ਤਾਂ ਸਾਈਨ ਦਾ ਕੰਪਲੀਮੈਂਟਰੀ ਆਪਾਂ ਨੂੰ ਪਤਾ ਕੀ ਹੁੰਦਾ cos, ਤੇ ਐਂਗਲ ਨੂੰ ਆਪਾਂ ਲੈਸ ਦੈਨ 90 ਚੋਂ ਮਾਈਨਸ ਕਰ ਦੇਣਾ 67 ਨੂੰ। ਸਿਮਿਲਰਲੀ cos ਦਾ ਕੰਪਲੀਮੈਂਟਰੀ ਕੀ ਹੁੰਦਾ, cos ਦਾ ਕੰਪਲੀਮੈਂਟਰੀ ਹੁੰਦਾ sin, ਤੇ ਐਂਗਲ ਨੂੰ ਆਪਾਂ 90 ਚੋਂ ਮਾਈਨਸ ਕਰ ਦਾਂਗੇ। ਤਾਂ ਬੇਟਾ ਹੋ ਗਿਆ, ਦੇਖੋ ਹੋ ਗਿਆ ਬਸ ਇੱਕ ਦੋ ਕੁਐਸਚਨ, ਦੋ ਲਾਈਨਾਂ ਦਾ ਆਨਸਰ ਆ ਗਿਆ ਤਾਂ 90 minus 67 is 23 degree and 90 minus 75 is 15 degree। ਦੇਖੋ ਤਾਂ ਇਹੀ ਚੀਜ਼ ਆਪਣੇ ਕੋਲੇ ਆ ਗਈ ਜਿਹਦੇ ਚ ਐਂਗਲਸ ਕੀ ਆ ਲੈਸ ਦੈਨ 45 ਡਿਗਰੀ ਆ, ਤਾਂ ਆਪਾਂ ਐਂਗਲਸ ਨੂੰ ਲੈਸ ਦੈਨ 45 ਡਿਗਰੀ ਫਾਰਮ ਚ ਲੈ ਆਂਦਾ ਬਾਈ ਯੂਜ਼ਿੰਗ ਅ ਪ੍ਰੋਪਰਟੀ ਆਫ ਕੰਪਲੀਮੈਂਟਰੀ ਐਂਗਲਸ। ਠੀਕ ਹੈ ਬੇਟਾ, ਤੇਰਾ ਇੱਕ ਆ ਸਮ ਆਪਾਂ ਨੀਚੇ ਕੀਤਾ ਨਾ ਵਾਲਾ ਆ ਸਾਈਨ ਵਾਲਾ, ਇਹ ਇੱਥੇ ਸਾਈਨ ਕਾਜ਼ ਆਇਆ ਸੀਗਾ, ਕਈ ਵਾਰ ਪੇਪਰ ਚ ਸਟੇਟਮੈਂਟ ਥੋੜੀ ਚੇਂਜ ਕਰਕੇ ਟੈਨ ਕਾਟ ਵੀ ਲਿਖ ਸਕਦੇ ਆ, ਇੱਧਰ ਟੈਨ ਆ ਜਾਊਗਾ ਇੱਧਰ ਕਾਟ ਆ ਜਾਊਗਾ, ਜਾਂ ਇੱਥੇ ਸੀਕੈਂਡ ਆ ਜਾਏਗਾ ਇੱਧਰ ਕਸੀਕੈਂਡ ਆ ਜਾਏਗਾ। ਤਾਂ ਮੈਥਡ ਇਹੀ ਹੋਏਗਾ ਸਾਰਿਆਂ ਨੂੰ ਸੇਮ ਸੋਲਵ ਕਰਨ ਦਾ। ਓਕੇ ਕੋਈ ਹੋਰ ਦੱਸੋ ਬੇਟਾ। ਸਰ ਮੰਡੇ ਕੀ ਕਰਕੇ ਆਉਣਾ ਮੈਥ ਦਾ? ਬੇਟਾ ਇਹੀ ਬਸ ਹੁਣ ਜਿੰਨੀਆਂ ਹੋ ਗਈਆਂ ਐਕਸਰਸਾਈਜ਼ ਆਪਣੀਆਂ 3 ਹੋ ਗਈਆਂ ਨਾ। ਹਾਂਜੀ ਸਰ। ਹਾਂ ਤਾਂ ਤਿੰਨੋਂ ਐਕਸਰਸਾਈਜ਼ ਦੇ ਤੁਸੀਂ ਕਰਕੇ ਆਉਣੇ ਆ, ਸਮ ਐਗਜ਼ਾਮਪਲਸ ਕਰ ਲਿਓ ਠੀਕ ਹੈ ਅਗਰ ਰਹਿ ਗਈਆਂ ਤਾਂ, ਕਿਉਂਕਿ ਅਗਲੀ ਸਾਡਾ ਫੇਅਰ ਕਾਪੀ ਤੇ ਵੀ ਕੰਮ ਕਰਨ ਵਾਲਾ ਪਿਆ ਹਜੇ। ਹਾਂ ਉਹ ਕਰ ਲਿਓ ਕੋਈ ਗੱਲ ਨਹੀਂ, ਕੰਪਲੀਟ ਕਰ ਲਿਓ ਫੇਅਰ ਕਾਪੀ ਆਪਣੀ, ਅਗਰ ਤੁਹਾਡੀ ਇੱਥੇ ਹੋ ਗਿਆ ਤੇ ਅਗਰ ਕੋਈ ਐਗਜ਼ਾਮਪਲਸ ਰਹਿੰਦੀਆਂ ਕਰਨ ਵਾਲੀਆਂ, ਮਤਲਬ ਪਹਿਲੀ ਦੋ ਐਕਸਰਸਾਈਜ਼ ਦੀਆਂ ਐਗਜ਼ਾਮਪਲ ਤੁਸੀਂ ਕਰ ਹੀ ਲਈਆਂ ਸੀਗੀਆਂ, ਥਰਡ ਦੀਆਂ ਰਹਿੰਦੀਆਂ ਹੋਣਗੀਆਂ 2-4। ਹਾਂਜੀ ਸਰ। ਇਹ ਕਰਕੇ ਤੇ ਆਪਦੀ ਫੇਅਰ ਕਾਪੀ ਕੰਪਲੀਟ ਕਰ ਲਿਓ ਫਿਰ ਬੇਟਾ, ਠੀਕ ਹੈ। ਓਕੇ ਸਰ। ਕੁਝ ਸਮ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਹੈਗੀ ਹੈ ਤਾਂ ਦੁਬਾਰਾ ਤੋਂ ਪੁੱਛ ਸਕਦੇ ਹੋ ਤੁਸੀਂ, ਜਾਂ ਪਿਛਲੀਆਂ ਨੋ ਸਰ ਸਾਰਾ ਕਲੀਅਰ ਹੈ। ਹਾਂ ਪਿਛਲੀਆਂ ਦੋ ਐਕਸਰਸਾਈਜ਼ਾਂ ਦੇ ਵਿੱਚ ਕੋਈ ਸਮ ਰਹਿੰਦਾ ਤਾਂ ਉਹ ਵੀ ਕਲੀਅਰ ਕਰ ਲਓ। ਫਿਰ ਅਗਲੀ ਐਕਸਰਸਾਈਜ਼ ਆਪਾਂ ਕੱਲ ਸਟਾਰਟ ਕਰਾਂਗੇ, ਠੀਕ ਹੈ ਨੈਕਸਟ ਡੇ ਜਦੋਂ ਆਪਣੀ ਕਲਾਸ ਹੋਏਗੀ।